जय हिंद भाई सारे कैंडीडेट्स ਨੂੰ ਤਾਂ ਇੱਕ ਵਾਰ ਫੇਰ ਆਏ ਤੁਹਾਡੇ ਵਾਸਤੇ ਬਹੁਤ ਹੀ ਇੰਪੋਰਟੈਂਟ ਟੌਪਿਕ ਲੈ ਕੇ ਤੇ ਟੌਪਿਕ ਹੈ ਜੀ ਅਨੁਸੂਚੀਆਂ ਦਾ ਜਿਹਨੂੰ ਆਪਾਂ ਅੰਗਰੇਜ਼ੀ ਦੇ ਵਿੱਚ ਕਹਿੰਦੇ ਆ ਜੀ ਸ਼ੈਡਿਊਲ। ਠੀਕ ਹੈ, ਕਾਫੀ ਇੰਪੋਰਟੈਂਟ ਟੌਪਿਕ ਹੈ। ਪਹਿਲਾਂ ਤਾਂ ਸਾਰੇ ਟੌਪਿਕ ਨੂੰ ਹੀ ਤੁਸੀਂ ਸਟਾਰ ਲਾ ਲਿਓ। ਠੀਕ ਹੈ, ਕਿਉਂਕਿ ਪੁਲਿਸ ਵਾਲੇ ਜਿੰਨੇ ਵੀ ਐਗਜ਼ਾਮ ਹੁੰਦੇ ਆ ਇਸ ਤੋਂ ਇਲਾਵਾ ਭਾਵੇਂ ਜੇਲ੍ਹ ਵਾਰਡਨ ਦਾ ਹੋਏ ਭਾਵੇਂ ਫੋਰੈਸਟ ਗਾਰਡ ਦਾ ਅਨੁਸੂਚੀ ਤੋਂ ਰਿਲੇਟਡ ਇੱਕ ਕੁਐਸਚਨ 101% ਪੁੱਛਿਆ ਜਾਵੇਗਾ। ਤਾਂ ਬਹੁਤ ਹੀ ਆਰਾਮ ਨਾਲ ਤੁਸੀਂ ਇਹ ਚੈप्टर क्लीयर कर लेना। 5-6 मिनट का चैप्टर है, कोई इत्थे ज़्यादा हाई फाई काम है नहीं। ठीक है, ध्यान नाल तुसी क्लास अटेंड करियो। तो सब तो पहला अनुसूचियां दी आपां गल करिए तो जदों अपना संविधान बनिया सी उस दे विच कितनी अनुसूची सी 8। ठीक है, तो अज अपने कोल कितनी अनुसूचियां हो चुकी है जी 12। मतलब ये कि आपां 4 जिहड़ियां नवीं अनुसूचियां ऐड कर दित्ती। ये जिहड़ी 4 आपां नवीं अनुसूचियां ऐड करी ਇਹ ਕਿਹੜੇ ਸੰਵਿਧਾਨ ਸ਼ੋਧ ਦੇ ਰਾਹੀਂ ਐਡ ਹੋਈ, ਕਿਹੜੇ ਈਅਰ ਦੇ ਵਿੱਚ ਐਡ ਹੋਈ, ਇਹ ਸਾਰੀ ਚੀਜ਼ਾਂ ਆਪਾਂ ਦੇਖਾਂਗੇ। ਠੀਕ ਹੈ, ਤਾਂ ਐਗਜ਼ਾਮੀਨਰ ਕੁਐਸਚਨ ਇੱਥੋਂ ਹੀ ਕੱਢਣੇ ਸਟਾਰਟ ਕਰ ਦੇਗਾ। ਸਭ ਤੋਂ ਪਹਿਲਾ ਤੇ ਸਿੰਪਲ ਕੁਐਸਚਨ ਉਸ ਦਾ ਆਹੀ ਹੋਏਗਾ ਕਿ ਮੂਲ ਸੰਵਿਧਾਨ ਦੇ ਵਿੱਚ ਕਿੰਨੀ ਅਨੁਸੂਚੀਆਂ ਸੀ, ਤਾਂ ਉਸ ਦਾ ਸਹੀ ਜਵਾਬ ਹੋਏਗਾ ਜੀ 8। ਠੀਕ ਹੈ, ਦੂਜਾ ਕੁਐਸਚਨ ਐਗਜ਼ਾਮੀਨਰ ਇਹ ਬਣਾਏਗਾ ਕਿ ਆਪਣੇ ਅੱਜ ਦੇ ਸੰਵਿਧਾਨ ਦੇ ਵਿੱਚ ਕਿੰਨੀ ਅਨੁਸੂਚੀਆਂ ਹੈ, ਤਾਂ ਉਹ ਹੋਗੀ ਜੀ 12। ਧਿਆਨ ਰੱਖਿਓ। ठीक है, तो एक बार डिटेल ਦੇ ਵਿੱਚ ਆਪਾਂ ਦੇਖਦੇ ਹਾਂ ਕਿ ਕਿਹੜੀ ਅਨੁਸੂਚੀ ਦੇ ਵਿੱਚ ਕਿਹੜੀ ਇਨਫੋਰਮੇਸ਼ਨ ਲਿਖੀ ਹੋਈ ਹੈ। ਉਸ ਤੋਂ ਬਾਅਦ 2 ਮਿੰਟ ਦੇ ਵਿੱਚ ਆਪਾਂ ਸਾਰੀ ਅਨੁਸੂਚੀਆਂ ਜਿਹੜੀ ਹੈ ਉਹ ਯਾਦ ਕਰ ਲਾਂਗੇ ਤੇ ਬਹੁਤ ਹੀ ਸਿੰਪਲ ਵੇ ਦੇ ਵਿੱਚ ਯਾਦ ਕਰ ਲਵਾਂਗੇ, ਕੋਈ ਟੈਨਸ਼ਨ ਵਾਲੀ ਗੱਲ ਹੈ ਨਹੀਂ। ਬਟ ਇੱਕ ਵਾਰ ਡਿਟੇਲ ਦੇਖ ਲਓ ਤੁਸੀਂ। ਤਾਂ ਸਭ ਤੋਂ ਪਹਿਲੇ ਅਨੁਸੂਚੀ ਦੀ ਗੱਲ ਕਰੀਏ ਤਾਂ ਇਹਦੇ ਵਿੱਚ ਕੀ ਲਿਖਿਆ ਹੋਇਆ ਜੀ, ਇਹਦੇ ਵਿੱਚ ਲਿਖਿਆ ਹੋਇਆ ਜੀ ਭਾਰਤੀ ਸੰਘ ਦੇ ਰਾਜ ਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਬਾਰੇ। ਠੀਕ ਹੈ, ਆਪਣਾ ਜਿਹੜਾ ਦੇਸ਼ ਹੈ ਉਸ ਦੇ ਸਟੇਟ ਤੇ ਯੂਨੀਅਨ ਟੈਰੀਟਰੀ ਯਾਨੀ ਕਿ यूटी ਦੇ ਬਾਰੇ ਇਨਫੋਰਮੇਸ਼ਨ ਜਿਹੜੀ ਹੈ ਉਹ ਪਹਿਲੀ ਅਨੁਸੂਚੀ ਦੇ ਵਿੱਚ ਲਿਖੀ ਹੋਈ ਹੈ। ਹੁਣ ਆਪਣੇ ਕਿੰਨੇ ਸਟੇਟ ਹੋ ਗਏ 28, यूटी 8। ਤਾਂ ਇਹ ਚੀਜ਼ ਤੁਸੀਂ ਧਿਆਨ ਰੱਖਣੀ ਹੈ। ਪਹਿਲੀ ਅਨੁਸੂਚੀ ਦੇ ਵਿੱਚ ਦੇਸ਼ ਦੇ ਸਟੇਟ ਤੇ यूटी ਬਾਰੇ ਇਨਫੋਰਮੇਸ਼ਨ ਹੈ। ਦੂਜੀ ਅਨੁਸੂਚੀ ਦੇ ਵਿੱਚ ਕੀ ਹੈ ਕਿ ਜਿਹੜੇ ਰਾਜ ਵਿਵਸਥਾ ਦੇ ਜਿਹੜੇ ਪਦਾ ਅਧਿਕਾਰੀ ਹੈ ਉਹਨਾਂ ਦੇ ਤਨਖਾਹ ਤੇ ਭੱਤੇ ਦੀ ਇਨਫੋਰਮੇਸ਼ਨ ਲਿਖੀ ਹੋਈ ਹੈ। ਠੀਕ ਹੈ, ਆਪਣੀ ਜਿਹੜੀ ਰਾਜ ਵਿਵਸਥਾ ਹੈ ਦੇਸ਼ ਨੂੰ ਚਲਾਉਣ ਵਾਸਤੇ ਤਾਂ ਉਸ ਦੇ ਜਿਹੜੇ ਪਦਾ ਅਧਿਕਾਰੀ ਹੁੰਦੇ ਆ ਜਿਵੇਂ ਕਿ ਆਪਣਾ ਰਾਸ਼ਟਰਪਤੀ, ਰਾਜਪਾਲ। ਠੀਕ ਹੈ, ਇਹਨਾਂ ਦੀ ਸੈਲਰੀ ਤੇ ਇਹਨਾਂ ਨੂੰ ਜਿਹੜੇ ਭੱਤੇ ਦਿੱਤੇ ਜਾਂਦੇ ਆ ਉਹਨਾਂ ਦੀ ਇਨਫੋਰਮੇਸ਼ਨ ਦੂਜੀ ਅਨੁਸੂਚੀ ਦੇ ਵਿੱਚ ਲਿਖੀ ਹੋਈ ਹੈ। ਤੀਜੀ ਅਨੁਸੂਚੀ ਦੇ ਵਿੱਚ ਕੀ ਲਿਖਿਆ ਹੋਇਆ ਜੀ, ਤੀਜੀ ਅਨੁਸੂਚੀ ਦੇ ਵਿੱਚ ਲਿਖਿਆ ਹੋਇਆ ਇਹ ਜਿਹੜੇ ਅਧਿਕਾਰੀ ਹੁੰਦੇ ਆ ਜਿਨ੍ਹਾਂ ਦੀ ਆਪਾਂ ਗੱਲ ਕਰੀ ਕਿ ਰਾਜਪਾਲ ਹੋ ਗਿਆ, ਠੀਕ ਹੈ, ਰਾਸ਼ਟਰਪਤੀ ਹੋ ਗਿਆ, ਲੋਕ ਸਭਾ ਦੇ ਅਧਿਕਸ਼ ਹੋ ਗਏ ਵਗੈਰਾ ਵਗੈਰਾ, ਤਾਂ ਇਹਨਾਂ ਨੂੰ ਜਿਹੜੀ ਸਹੁੰ ਚੁਕਾਈ ਜਾਂਦੀ ਹੈ ਨਾ ਪਦ ਗ੍ਰਹਿਣ ਕਰਦੇ ਵੇਲੇ, ਤਾਂ ਉਸ ਸਹੁੰ ਦੀ ਇਨਫੋਰਮੇਸ਼ਨ ਤੀਜੀ ਅਨੁਸੂਚੀ ਦੇ ਵਿੱਚ ਲਿਖੀ ਹੋਈ ਹੈ। ਠੀਕ ਹੈ, ਜਿੰਨੇ ਵੀ ਰਾਜ ਅਧਿਕਾਰੀ ਹੁੰਦੇ ਆ ਉਹਨਾਂ ਨੂੰ ਜਿਹੜੀ ਸਹੁੰ ਚੁਕਾਈ ਜਾਂਦੀ ਹੈ, ਤੁਸੀਂ ਦੇਖਿਆ ਹੋਵੇਗਾ ਜਿਵੇਂ ਆਪਣੇ CM ਸਾਹਿਬ ਨੇ ਸਹੁੰ ਚੁੱਕੀ ਸੀ। ਠੀਕ ਹੈ, ਤਾਂ ਉਸ ਦੀ ਇਨਫੋਰਮੇਸ਼ਨ ਜਿਹੜੀ ਹੈ ਉਹ ਤੀਜੀ ਅਨੁਸੂਚੀ ਦੇ ਵਿੱਚ ਲਿਖੀ ਹੋਈ ਹੈ। ਅੱਗੇ ਚੱਲਦੇ ਹਾਂ, ਚੌਥੀ ਅਨੁਸੂਚੀ ਦੀ ਗੱਲ ਕਰਦੇ ਹਾਂ। ਤਾਂ ਚੌਥੀ ਅਨੁਸੂਚੀ ਦੇ ਵਿੱਚ ਕੀ ਹੈ ਬਈ, ਜਿੰਨੇ ਵੀ ਆਪਣੇ ਰਾਜ ਤੇ यूटी ਨੇ, ਠੀਕ ਹੈ, ਉਹਨਾਂ ਦੇ ਵਿੱਚੋਂ ਜਿਹੜੇ ਰਾਜ ਸਭਾ ਦੇ ਵਿੱਚ ਮੈਂਬਰ ਜਾਂਦੇ ਆ ਉਹਨਾਂ ਦੀ ਇਨਫੋਰਮੇਸ਼ਨ ਲਿਖੀ ਹੋਈ ਹੈ। ਠੀਕ ਹੈ, ਜਿਵੇਂ ਕਿ ਆਪਣੇ ਪੰਜਾਬ ਦੀ ਗੱਲ ਕਰੀਏ ਤਾਂ ਆਪਣੇ ਪੰਜਾਬ ਤੋਂ 7 ਮੈਂਬਰ ਰਾਜ ਸਭਾ ਦੇ ਵਿੱਚ ਜਾਂਦੇ ਆ। ਠੀਕ ਹੈ, ਹਰਿਆਣੇ ਦੀ ਆਪਾਂ ਗੱਲ ਕਰੀਏ ਪੜੋਸੀ ਹੈ ਤਾਂ ਉਸ ਦੇ 5 ਮੈਂਬਰ ਜਾਂਦੇ ਆ। ਹਿਮਾਚਲ ਜਿਹੜਾ ਆਪਣਾ ਹੀ ਹਿੱਸਾ ਸੀ ਉਸ ਦੇ 3 ਮੈਂਬਰ ਜਾਂਦੇ ਆ। ਤਾਂ ਇਸ ਤਰੀਕੇ ਨਾਲ ਰਾਜ ਸਭਾ ਦੇ ਵਿੱਚ ਜਿਹੜੇ ਮੈਂਬਰ ਜਾਂਦੇ ਨਾ, ਕਿਹੜੇ ਸਟੇਟ ਤੋਂ ਕਿੰਨੇ ਮੈਂਬਰ ਜਾਣਗੇ, ਇਸ ਦੀ ਇਨਫੋਰਮੇਸ਼ਨ ਚੌਥੀ ਜਿਹੜੀ ਅਨੁਸੂਚੀ ਹੈ ਉਸ ਦੇ ਵਿੱਚ ਲਿਖੀ ਹੋਈ ਹੈ। ਸੋ 4 ਅਨੁਸੂਚੀਆਂ ਆਪਣੀ ਕਵਰ ਹੋ ਗਈ। 5ਵੀਂ ਅਨੁਸੂਚੀ ਦੀ ਗੱਲ ਕਰੀਏ ਤਾਂ ਇੱਥੇ ਲਿਖਿਆ ਗਿਆ ਹੈ ਜੀ ਕਿ ਜਿਹੜੇ ਅਨੁਸੂਚਿਤ ਜਾਤੀ ਤੇ ਜਨਜਾਤੀ ਦੇ ਖੇਤਰ ਹੋਣਗੇ ਉਹਨਾਂ ਦਾ ਪ੍ਰਸ਼ਾਸਨ ਕਿਸ ਤਰੀਕੇ ਨਾਲ ਚੱਲੇਗਾ, ਕਿਸ ਤਰੀਕੇ ਨਾਲ ਉਹਨੂੰ ਕੰਟਰੋਲ ਕਰਿਆ ਜਾਵੇਗਾ। ਸੋ 5ਵੀਂ ਅਨੁਸੂਚੀ ਦੇ ਵਿੱਚ ਕੀ ਹੈ ਜੀ, SC ਅਤੇ ST ਜਨਜਾਤੀ ਦੇ ਪ੍ਰਦੇਸ਼ਾਂ ਬਾਰੇ ਲਿਖਿਆ ਹੋਇਆ ਹੈ। ਠੀਕ ਹੈ, 6ਵੀਂ ਅਨੁਸੂਚੀ ਦੀ ਗੱਲ ਕਰੀਏ ਤਾਂ ਹੈ ਇਹ ਵੀ SC ST ਤੋਂ ਰਿਲੇਟਡ, ਬਟ ਇਸ ਦੇ ਵਿੱਚ ਪ੍ਰੋਪਰ 4 ਸਟੇਟ ਇਹਨਾਂ ਨੇ ਮੈਂਸ਼ਨ ਕਰੇ ਹੋਏ ਹੈ। ਕਿਹੜੇ ਕਿਹੜੇ, ਅਸਾਮ, ਮੇਘਾਲਿਆ, ਤ੍ਰਿਪੁਰਾ ਤੇ ਮਿਜ਼ੋਰਮ। ਠੀਕ ਹੈ, ਸ਼ੋਰਟ ਦੇ ਵਿੱਚ ਤੁਸੀਂ ਇਹਨੂੰ ATM ਕਹਿ ਸਕਦੇ ਹੋ, ATM, ਤੇ ਇੱਕ M ਤੁਸੀਂ ਵੱਖਰਾ ਲਿਖਣਾ ਹੈ। ਠੀਕ ਹੈ, ਤਾਂ A ਦਾ ਮਤਲਬ ਹੁੰਦਾ ਜੀ ਅਸਾਮ, T ਦਾ ਮਤਲਬ ਤ੍ਰਿਪੁਰਾ, M ਦਾ ਮਤਲਬ ਮੇਘਾਲਿਆ। ਤੇ ਇਹ ਜਿਹੜਾ M ਹੈ ਨਾ ਇਹ ਧੱਕੇ ਨਾਲ ਤੁਸੀਂ ਲਿਖਣਾ ਹੈ। ਕਿਉਂਕਿ ਮਿਜ਼ੋਰਮ ਨੇ ਜ਼ੋਰ ਜ਼ਬਰਦਸਤੀ ਨਾਲ ਆਪਦਾ ਨਾਂ ਲਿਖਵਾਇਆ ਹੈ। ਕੀ ਕਰਿਆ, ਮਿਜ਼ੋਰਮ ਨੇ ਜ਼ੋਰ ਜ਼ਬਰਦਸਤੀ ਦੇ ਨਾਲ ਆਪਦਾ ਨਾਂ ਲਿਖਵਾਇਆ ਹੈ, ਤਾਂ ਤੁਸੀਂ M ਇੱਕ ਐਕਸਟਰਾ ਐਡ ਕਰਨਾ ਹੈ ATM ਦੇ ਵਿੱਚ। ਠੀਕ ਹੈ, ਤਾਂ ਇਹ 4 ਸਟੇਟ ਹੈ ਨਾ, ਇਹ ਕਈ ਵਾਰ ਐਗਜ਼ਾਮਾਂ ਦੇ ਵਿੱਚ ਪੁੱਛੇ ਜਾਂਦੇ ਆ
ध्यान रखना है, ठीक है। किहड़े किहड़े? असम, मेघालय, त्रिपुरा ते मिजोरम। ये मिजोरम तो थानू पक्का याद हो जाएगा, एम तुसी एक्स्ट्रा लिखना है। क्यों? क्योंकि जोर जबरदस्ती नाल नाम ऐड करवा रहे हैं, ठीक है। बाकी ए तो असम ते टी तो त्रिपुरा, एम तो मेघालय। सो जिहड़ी 6वीं अनुसूची है इस दे विच एटीएम के बारे गल हो रही है। अगे चलिए, चलो 7वीं अनुसूची की आपां गल करते हैं। तो 7वीं अनुसूची दे विच की लिखा होया है? शक्ति के बंटवारे बारे लिखा होया है कि कितनी पावर सेंटर नूं मिलेगी, कितनी स्टेट नूं मिलेगी, कितनी दोवां दी इकट्ठी पावर होएगी, ठीक है। तो इस दे बारे इन्फॉर्मेशन लिखी हुई है। सो 7वीं अनुसूची दे विच अपनी 3 सूचियां मिलदी है। एक हुंदी है जी संघ सूची, एक हुंदी है जी राज सूची ते एक हुंदी है जी समवर्ती सूची, ठीक है। संघ सूची दे विच पहला किसी 97 विषय सी, बट हुण इहदे विच 100 विषय हो चुके हैं। ते जिहड़ी राज सूची सी पहला इहदे विच 66 विषय सी, हुण 61 विषय हो चुके। समवर्ती सूची दे विच पहला 47 विषय सी, हुण 52 विषय जिहड़े है हो चुके हैं। हुण ये संघ सूची राज सूची है भाई की है, इन्हां दे बारे थोड़ा जिहा तुसीं देख लो। जिहड़ी संघ सूची हुंदी है, ठीक है, उस दे विच कानून बनाउण दा अधिकार जिहड़ा है वो सेंटर गौरमेंट दा हुंदा है, ठीक है। कानून बनाना लागू करना उसका अधिकार सेंटर गौरमेंट का होंदा है। ते जिहड़ी राज सूची है इस दे विच भाई स्टेट का होंदा है। ते जिहड़ी समवर्ती सूची है इहदे विच की होंदा है? इहदे विच इकट्ठा अधिकार होंदा है, यानी कि अद्धा सहयोग सेंटर वालों, अद्धा सपोर्ट जिहड़ा है स्टेट वालों, ठीक है। चलो अगे चलते हैं, 8वीं अनुसूची की गल करते हैं। तो 8वीं अनुसूची दे विच गल हुंदी है जी भाषावां दी, किहदी? भाषावां दी। तो 8वीं अनुसूची भाषावां दे नाल संबंधित है, ये चीज़ तुसीं ध्यान रखना है। जदों संविधान बनिया सी तां मूल अनुसूची दे विच 14 भाषावां रखी गई सी, हौली हौली करके इस दे विच शोध होंदे गए ते अज अपने कोल जिहड़ी भाषावां ने वो कितनी है? वो 22 भाषावां हो चुकी है, ठीक है। सब तो पहला 14 भाषा सी, उस तो बाद सिंधी ऐड करी गई 15 हो गई, फिर 3 भाषावां ऐड करी गई 18 हो गई, ते फिर 4 भाषावां ऐड करी गई सी 2003 दे विच, ते हुण अपने कोल भाषावां हो चुकी है जी 22। 9वीं अनुसूची की गल करते हैं तो यह काफ़ी इंपोर्टेंट है क्योंकि ये नवीं ऐड हुई सी। सो इस दे बारे इन्फॉर्मेशन तुसीं ध्यान रखनी है। 9वीं जिहड़ी अनुसूची है ये कदों ऐड हुई सी? पहली संविधान शोध के राही ऐड करी गई सी, जिहड़ी शोध हुई सी जी 1951 दे विच। कदों? 9वीं अनुसूची पहली संविधान शोध जिहड़ी 1951 दे विच हुई सी उस दे राही ऐड करी गई सी। ते इस दे विच गल हुंदी है जी भूमि सुधार दी। बस आही चीज़ तुसीं याद रखनी है। 9वीं अनुसूची कदों ऐड करी गई सी? पहली संविधान शोध के राही। शोध कदों हुई सी जी 1951 दे विच। गल करी गई है जी भूमि सुधार बारे, ठीक है, ओके। 10वीं अनुसूची की आप गल करिए तो 10वीं अनुसूची संबंधित है जी दल बदल तो। 10वीं दल बदल, 10वीं अनुसूची दल बदल, ठीक है। तो ये जी है ये भी नवी है। कदों ऐड हुई सी? ये 52वां संविधान शोध होया सी, उस दे थ्रू ऐड करी गई सी ते शोध होया सी जी 1985 दे विच, ठीक है। तो 10वीं अनुसूची दे विच गल किहदी हो रही है जी? दल बदल की गल हो रही है, ठीक है। हालांकि ये डेट तुहानूं थोड़ी जी टिपिकल लगती होगी, बट इन्हां दी टेंशन ना लो, सारी चीज़ तुहानूं याद करवावांगे। एक बार तुसीं बस जी टिका के इन्हां नूं रीड कर लो। सो 10वीं दे विच दल बदल की गल हो रही है। ये 52वां संविधान शोध 1985 दे विच होया सी, उस दे राही ऐड करी गई सी, ठीक है। 11वीं अनुसूची की गल करिए तो इस दे विच जिक्र हुंदा जी पंचायती राज दा। किहदा? 11वीं अनुसूची दे विच पंचायती राज दा जिक्र हुंदा है। ते इस अनुसूची दे विच जिहड़े पंचायत है उन्हां नूं 29 विषय दिते गए है। किन्ने विषय? पंचायतां कोल 29 विषय हुंदे, ध्यान रखना है तुसीं, ठीक है। ते जिहड़ी 12वीं अनुसूची है ये शहरी खेत्रां नाल यानी कि नगर पालिका नाल संबंधित है। ते नगर पालिका नूं 18 विषय दिते गए, यानी कि पंचायतां कोले विषय ज़्यादा है 29, ते जिहड़ी नगर पालिका है उन्हां कोल सिर्फ 18 विषय है, ध्यान रखना है। चलो अगे इन्हां नूं लागू करन दी गल करिए तो 11वीं जिहड़ी अनुसूची सी 73वें संविधान शोध दे राही लागू करी गई सी ते शोध हुई सी जी 1993 नूं। ते जिहड़ी 12वीं अनुसूची है 74वें संविधान शोध दे राही लागू की गई सी ते ये शोध हुई सी जी 1993 नूं। तो दोस्तों जिहड़ी अनुसूची आप डिटेल दे विच पढ़ के आए हैं उन्होंने ही शोर्ट दे विच आपां इत्थे देखांगे। तो मेनली आही स्क्रीन तुहाडे वास्ते इंपोर्टेंट है, वो इन्फॉर्मेशन तुहानूं एक्स्ट्रा पता होनी चाहिए है। बट पेपर की गल करिए तो उत्थे तुहाडे तो ज़्यादा कोई इन्फॉर्मेशन नहीं पूछी जाएगी। एग्जामिनर जिहड़ा वो सीधा सीधा ही क्वेश्चन पूछ लेगा। जिवें कि मान लो एग्जामिनर तुहाडे तो पूछ लेगा कि भाषा की गल किहड़ी अनुसूची दे विच करी गई है,
ਤਾਂ ਉਹ ਕਿਹੜੀ 5ਵੀਂ ਦੇ ਵਿੱਚ ਹੈ, 6ਵੀਂ ਦੇ ਵਿੱਚ ਹੈ, 7ਵੀਂ ਦੇ ਵਿੱਚ ਹੈ ਜਾਂ 8ਵੀਂ ਦੇ ਵਿੱਚ ਹੈ। ਤਾਂ ਕਿੱਥੇ ਗੱਲ ਹੋਈ ਹੈ ਜੀ, 8ਵੀਂ ਅਨੁਸੂਚੀ ਦੇ ਵਿੱਚ ਭਾਸ਼ਾ ਦੀ ਗੱਲ ਹੋਈ ਹੈ। ਠੀਕ ਹੈ, ਇਸੇ ਤਰੀਕੇ ਨਾਲ ਪੁੱਛ ਲੇਗਾ ਜੀ ਪੰਚਾਇਤੀ ਰਾਜ ਦੀ ਗੱਲ ਕਿਹੜੀ ਅਨੁਸੂਚੀ ਦੇ ਵਿੱਚ ਲਿਖੀ ਗਈ ਹੈ। ਤਾਂ ਤੁਹਾਨੂੰ ਪਤਾ ਹੋਣਾ ਚਾਹੀਦਾ ਕਿ ਉਹ 10ਵੀਂ ਵਿੱਚ ਹੈ, 11ਵੀਂ ਵਿੱਚ ਹੈ, 12ਵੀਂ ਵਿੱਚ ਹੈ ਜਾਂ 9ਵੀਂ ਵਿੱਚ ਹੈ। ਤਾਂ ਕਿੱਥੇ ਪੰਚਾਇਤੀ ਰਾਜ ਦੀ ਗੱਲ ਹੁੰਦੀ ਹੈ 11ਵੀਂ ਅਨੁਸੂਚੀ ਦੇ ਵਿੱਚ। ਤਾਂ ਇਸੇ ਤਰੀਕੇ ਨਾਲ ਬਸ ਸਿੰਪਲ ਕੁਐਸਚਨ ਤੁਹਾਡੇ ਤੋਂ ਪੁੱਛੇ ਜਾਣਗੇ, ਸੋ ਜ਼ਿਆਦਾ ਕੋਈ ਕਨਫਿਊਜ਼ ਹੋਣ ਦੀ ਜ਼ਰੂਰਤ ਹੈ ਨਹੀਂ। ਆਹ ਸਕਰੀਨ ਤੁਸੀਂ ਬਹੁਤ ਹੀ ਧਿਆਨ ਨਾਲ ਯਾਦ ਕਰਨੀ ਹੈ। ਦੇਖੋ ਯਾਦ ਕਿਵੇਂ ਕਰਨੀ ਹੈ, ਸਭ ਤੋਂ ਪਹਿਲੀ ਆਪਣੀ ਜਿਹੜੀ ਅਨੁਸੂਚੀ ਸੀ ਉਸ ਦੇ ਵਿੱਚ ਸਟੇਟ ਤੇ ਯੂਟੀ ਬਾਰੇ ਗੱਲ ਹੋ ਰਹੀ ਸੀ। ਠੀਕ ਹੈ, ਤਾਂ ਆਪਣਾ ਇੰਨਾ ਵੱਡਾ ਦੇਸ਼, ਉਸ ਦੇ ਵਿੱਚ ਕੀ ਹੈ ਜੀ, ਕੁਝ ਸਟੇਟ ਹੈ ਤੇ ਕੁਝ ਯੂਟੀ ਹੈ। ਕਿੰਨੇ ਸਟੇਟ, 28 ਸਟੇਟ ਤੇ 8 ਯੂਟੀ ਅੱਜ ਦੇ ਟਾਈਮ ਵਿੱਚ ਮੌਜੂਦ ਹੈ। ਠੀਕ ਹੈ ਜੀ, ਅੱਗੇ ਦੂਜੀ ਅਨੁਸੂਚੀ ਦੇ ਵਿੱਚ ਗੱਲ ਹੋ ਰਹੀ ਹੈ ਜੀ ਵੇਤਨ ਦੀ। ਕਿਹਦੀ, ਵੇਤਨ ਦੀ। ਹੁਣ ਦੇਖੋ ਇੰਨਾ ਵੱਡਾ ਦੇਸ਼ ਇੱਕ ਬੰਦਾ ਨਹੀਂ ਸਾਂਭ ਸਕਦਾ, ਉਹਨੂੰ ਅੱਗੇ ਬੰਦੇ ਰੱਖਣੇ ਹੋਣਗੇ। ਠੀਕ ਹੈ, ਤਾਂ ਜੇ ਉਹ ਬੰਦੇ ਰੱਖੇਗਾ ਤਾਂ ਬਾਈ ਅੱਜ ਦਾ ਜ਼ਮਾਨਾ ਇਹੋ ਜਿਹਾ ਹੈ ਕਿ ਕੋਈ ਬਿਨਾਂ ਪੈਸੇ ਕੰਮ ਨਹੀਂ ਕਰਦਾ, ਤਾਂ ਉਹਨਾਂ ਨੂੰ ਕੀ ਦੇਣੀ ਪਏਗੀ ਜੀ, ਸੈਲਰੀ। ਇੰਨਾ ਵੱਡਾ ਦੇਸ਼, ਉਸ ਦੇ ਸਟੇਟ ਤੇ ਯੂਟੀ ਸਾਂਭਣ ਵਾਸਤੇ ਬੰਦੇ ਰੱਖਣੇ ਹੋਣਗੇ, ਉਹਨਾਂ ਨੂੰ ਦੇਣੀ ਹੋਏਗੀ ਜੀ ਸੈਲਰੀ। ਤਾਂ ਸੈਲਰੀ ਦੇਣ ਤੋਂ ਬਾਅਦ ਆਪਾਂ ਨੂੰ ਕੀ ਪਤਾ ਉਹ ਚੱਜ ਨਾਲ ਕੰਮ ਕਰੇਗਾ, ਭਰੋਸੇ ਨਾਲ ਕੰਮ ਕਰੇਗਾ ਜਾਂ ਨਹੀਂ ਕਰੇਗਾ। ਤਾਂ ਇਸ ਦੇ ਵਾਸਤੇ ਆਪਾਂ ਕੀ ਕਰਾਂਗੇ, ਉਹ ਬੰਦੇ ਨੂੰ ਸਹੁੰ ਚੁਕਾ ਦਿਆਂਗੇ। ਕੀ ਕਰਾਂਗੇ ਜੀ, ਉਹ ਬੰਦੇ ਨੂੰ ਜਿਹਨੂੰ ਆਪਾਂ ਸੈਲਰੀ ਦੇ ਰਹੇ ਆ ਨਾ, ਉਹਨੂੰ ਆਪਾਂ ਸਹੁੰ ਚੁਕਾਵਾਂਗੇ ਵੀ ਤੂੰ ਇਮਾਨਦਾਰੀ ਨਾਲ ਕੰਮ ਕਰਨਾ ਹੋਏਗਾ। ਠੀਕ ਹੈ, ਚੱਕ ਲਈ ਬਾਈ ਸਹੁੰ। ਹੁਣ ਸਹੁੰ ਚੱਕ ਕੇ ਬੰਦਾ ਰੈਡੀ ਹੈ ਕੰਮ ਕਰਨ ਵਾਸਤੇ, ਤਾਂ ਆਪਾਂ ਉਹਨੂੰ ਕਿੱਥੇ ਭੇਜਾਂਗੇ, ਰਾਜ ਸਭਾ ਦੇ ਵਿੱਚ ਭੇਜਾਂਗੇ। ਠੀਕ ਹੈ, ਤਾਂ ਇਹ ਹੋ ਗਈ ਜੀ ਆਪਣੀ 4 ਅਨੁਸੂਚੀਆਂ। ਠੀਕ ਹੈ, ਸਭ ਤੋਂ ਪਹਿਲਾਂ ਇੰਨਾ ਵੱਡਾ ਦੇਸ਼, ਉਸ ਦੇ ਵਿੱਚ ਕੀ ਹੈ, ਸਟੇਟ ਤੇ ਯੂਟੀ ਬਣੇ ਹੋਏ ਹੈ। ਉਹ ਸਟੇਟ ਤੇ ਯੂਟੀ ਸਾਂਭਣ ਵਾਸਤੇ ਆਪਾਂ ਬੰਦੇ ਰੱਖਾਂਗੇ ਤੇ ਬੰਦੇ ਲੈਣਗੇ ਜੀ ਵੇਤਨ। ਵੇਤਨ ਦੇਤਾ ਤੇ ਆਪਾਂ ਨੂੰ ਭਰੋਸਾ ਹੋ ਜਾਏ, ਇਸ ਕਰਕੇ ਆਪਾਂ ਵੇਤਨ ਵਾਲੇ ਬੰਦੇ ਨੂੰ ਸਹੁੰ ਚੁਕਾਵਾਂਗੇ। ਠੀਕ ਹੈ, ਤੇ ਸਹੁੰ ਚੁਕਾ ਕੇ ਬੰਦਾ ਕੰਮ ਕਰਨ ਵਾਸਤੇ ਰੈਡੀ ਹੋ ਗਿਆ ਤਾਂ ਉਹਨੂੰ ਭੇਜ ਦਿਆਂਗੇ ਜੀ ਰਾਜ ਸਭਾ ਦੇ ਵਿੱਚ। ਠੀਕ ਹੈ, ਸੋ ਇਹ 4 ਅਨੁਸੂਚੀਆਂ ਆਪਣੀ ਇੱਥੋਂ ਕੰਪਲੀਟ ਹੁੰਦੀ ਹੈ। ਸੋ ਨੈਕਸਟ ਅਨੁਸੂਚੀ ਰੀਡ ਕਰਨ ਤੋਂ ਪਹਿਲਾਂ ਥੋੜੀ ਜਿਹੀ ਚੀਜ਼ ਤੁਹਾਨੂੰ ਇੱਥੇ ਧਿਆਨ ਰੱਖਣੀ ਹੈ। ਜਿੱਥੇ ਰਾਜ ਸਭਾ ਸੀਟਾਂ ਦੀ ਗੱਲ ਚੱਲੀ ਹੈ, ਧਿਆਨ ਰੱਖਿਓ ਆਪਣੇ ਸਟੇਟ ਪੰਜਾਬ ਦੀ ਜਿਹੜੀ ਰਾਜ ਸਭਾ ਸੀਟਾਂ ਹੈ ਨਾ, ਉਹ ਹੈ ਜੀ ਕਿੰਨੀ, 7। ਤੇ ਆਪਣੇ ਪੜੋਸੀ ਹਰਿਆਣੇ ਦੀ ਰਾਜ ਸਭਾ ਸੀਟਾਂ ਕਿੰਨੀ ਹੈ ਜੀ, 2 ਘੱਟ 5। ਤੇ ਹਿਮਾਚਲ ਦੀ ਰਾਜ ਸਭਾ ਸੀਟਾਂ ਕਿੰਨੀ ਹੈ ਜੀ, 3। ਇਹ ਸੀਟਾਂ ਤੁਸੀਂ ਧਿਆਨ ਰੱਖਣੀ ਹੈ, ਵੈਰੀ ਇੰਪੋਰਟੈਂਟ ਹੈ। ਕਿਉਂ, ਕਿਉਂਕਿ ਭਾਵੇਂ ਹਿਮਾਚਲ ਹੋਏ ਭਾਵੇਂ ਹਰਿਆਣਾ, ਇਹ ਕਦੇ ਆਪਣੇ ਪੰਜਾਬ ਦੇ ਹਿੱਸੇ ਸੀ। ਸੋ ਇਹਨਾਂ ਦੀ ਸੀਟਾਂ ਵੀ ਆਪਣੇ ਐਗਜ਼ਾਮ ਦੇ ਵਿੱਚ ਪੁੱਛ ਲਈ ਜਾਂਦੀ ਹੈ। ਜਿਵੇਂ ਕਿ ਲਾਸਟ ਈਅਰ ਪੇਪਰਾਂ ਵਿੱਚ ਦੇਖੋਗੇ ਤਾਂ ਹਿਮਾਚਲ ਸਟੇਟ ਕਦੋਂ ਬਣਿਆ, ਉਹ ਡੇਟ ਪੁੱਛੀ ਗਈ ਸੀ। ਤਾਂ ਇਸੇ ਤਰੀਕੇ ਨਾਲ ਇਹਨਾਂ ਦੀ ਰਾਜ ਸਭਾ ਸੀਟਾਂ ਵੀ ਤੁਸੀਂ ਧਿਆਨ ਰੱਖਣੀ ਹੈ। ਇਸ ਤੋਂ ਇਲਾਵਾ ਸਭ ਤੋਂ ਵੱਧ ਰਾਜ ਸਭਾ ਸੀਟਾਂ ਕਿਹੜੇ ਸਟੇਟ ਦੇ ਵਿੱਚ ਹੈ, ਉਹ ਹੈ ਜੀ ਉੱਤਰ ਪ੍ਰਦੇਸ਼ ਦੇ ਵਿੱਚ ਕਿੰਨੀ, 31। ਤੇ ਘੱਟ ਦੇ ਵਿੱਚ ਤਾਂ ਬਾਈ ਸ਼ਾਇਦ 9 ਆਪਣੇ ਸਟੇਟ ਤੇ ਯੂਟੀ ਹੈ, 9 ਦੇ ਵਿੱਚ ਘੱਟ ਹੈ, ਜਿਸ ਦੇ ਵਿੱਚੋਂ ਮੋਸਟਲੀ ਜਿਹੜੇ ਆਪਣੇ ਈਸਟ ਵਾਲੇ ਸਟੇਟ ਹੈ ਨਾ, ਇੱਕ ਅਸਾਮ ਨੂੰ ਛੋੜ ਕੇ ਸਾਰਿਆਂ ਦੇ ਵਿੱਚ 1-1 ਸੀਟਾਂ ਨੇ। ਠੀਕ ਹੈ, ਤੇ ਅਸਾਮ ਦੇ ਵਿੱਚ 7 ਸੀਟ ਹੈ, ਪੰਜਾਬ ਦੇ ਬਰਾਬਰ। ਅਸਾਮ ਦੇ ਵਿੱਚ 7 ਹੈ, ਬਾਕੀ ਈਸਟ ਵਾਲੇ ਜਿੰਨੇ ਵੀ ਸਟੇਟ ਹੈ, ਸਿੱਕਮ ਤੋਂ ਸ਼ੁਰੂ ਕਰ ਲਓ, ਸਾਰਿਆਂ ਦੇ ਵਿੱਚ 1-1 ਜਿਹੜੀ ਹੈ ਰਾਜ ਸਭਾ ਦੀ ਸੀਟ ਹੈ। ਇਸ ਤੋਂ ਇਲਾਵਾ ਗੋਆ ਦੇ ਵਿੱਚ ਵੀ 1 ਸੀਟ ਹੈ। ਸੋ ਇਹ ਥੋੜੀ ਜਿਹੀ ਚੀਜ਼ਾਂ ਤੁਸੀਂ ਧਿਆਨ ਰੱਖਿਓ। ਅੱਗੇ ਚੱਲਦੇ ਆਪਾਂ ਨੈਕਸਟ ਅਨੁਸੂਚੀਆਂ ਦੀ ਆਪਾਂ ਗੱਲ ਕਰਦੇ ਹਾਂ। ਦੇਖੋ 5ਵੀਂ ਦੇ ਵਿੱਚ ਗੱਲ ਹੋ ਰਹੀ ਹੈ SC ST ਬਾਰੇ। ਕਿਹਦੀ, SC ST ਬਾਰੇ ਗੱਲ ਹੋ ਰਹੀ ਹੈ। ਸਿੱਧਾ ਯਾਦ ਰਹੇ ਜੀ ਤਾਂ ਵਧੀਆ ਹੈ, ਨਹੀਂ ਤਾਂ ਤੁਸੀਂ ਦੇਖੋਗੇ ਇਸ ਦੀ ਸ਼ੇਪ ਕਿਹਦੇ ਵਰਗੀ ਹੁੰਦੀ ਹੈ, ਸਿੱਧੀ 5 ਵਰਗੀ ਹੁੰਦੀ ਹੈ। ਤਾਂ ਜੇ ਐਗਜ਼ਾਮੀਨਰ ਪੁੱਛ ਲੇ SC ST ਦੀ ਗੱਲਬਾਤ ਕਿਹੜੀ ਅਨੁਸੂਚੀ ਦੇ ਵਿੱਚ ਹੁੰਦੀ ਹੈ, ਤਾਂ ਉਹ 5 ਦੇ ਵਿੱਚ ਹੁੰਦੀ ਹੈ। 6ਵੀਂ ਦੇ ਵਿੱਚ ਗੱਲ ਹੁੰਦੀ ਹੈ ਜੀ ATM ਦੀ। 6ਵੀਂ ਅਨੁਸੂਚੀ ਵੀ ਕਿਤੇ ਨਾ ਕਿਤੇ SC ST ਨਾਲ ਹੀ ਸੰਬੰਧਿਤ ਹੈ, ਬਟ ਇਸ ਦੇ ਵਿੱਚ ਪ੍ਰੋਪਰ 4 ਸਟੇਟਾਂ ਦੀ ਗੱਲਬਾਤ ਹੁੰਦੀ ਹੈ। ਕਿਹੜੇ, ਅਸਾਮ, ਤ੍ਰਿਪੁਰਾ, ਮੇਘਾਲਿਆ ਤੇ ਇਹ ਜਿਹੜਾ M ਵੱਖਰਾ ਲਿਖਿਆ ਹੈ, ਇਹਨੇ ਬਾਈ ਜ਼ੋਰ ਜ਼ਬਰਦਸਤੀ ਦੇ ਨਾਲ ਆਪਦਾ ਨਾਮ ਲਿਖਵਾਇਆ ਹੈ, ਇਹ ਹੈ ਜੀ ਮਿਜ਼ੋਰਮ। ਸੋ 4 ਸਟੇਟ ਤੁਸੀਂ ਧਿਆਨ ਰੱਖਣੇ ਹੈ। ATM ਜਿਹੜਾ ਹੈ ਇਹ ਆਪਣਾ ਅਸਾਮ, ਤ੍ਰਿਪੁਰਾ, ਮੇਘਾਲਿਆ ਤੇ ਮਿਜ਼ੋਰਮ। ਠੀਕ ਹੈ, 7ਵੀਂ ਸੈਤੋ ਸ਼ਕਤੀ ਤੇ ਸੈਤੋ 7। ਤਾਂ 7ਵੀਂ ਅਨੁਸੂਚੀ ਸ਼ਕਤੀਆਂ ਦੀ ਵੰਡ ਨਾਲ ਸੰਬੰਧਿਤ ਹੈ। ਨੈਕਸਟ 8ਵੀਂ ਦੀ ਗੱਲ ਕਰੀਏ, ਵੈਰੀ ਇੰਪੋਰਟੈਂਟ ਹੈ। ਇਸ ਦੇ ਵਿੱਚ ਗੱਲ ਹੁੰਦੀ ਹੈ ਜੀ ਭਾਸ਼ਾ ਦੀ। ਕਿਹਦੀ, 8ਵੀਂ ਅਨੁਸੂਚੀ ਦੇ ਵਿੱਚ ਗੱਲ ਹੁੰਦੀ ਹੈ ਜੀ ਭਾਸ਼ਾ ਦੀ। ਓਕੇ, 9ਵੀਂ ਅਨੁਸੂਚੀ ਦੀ ਗੱਲ ਕਰੀਏ ਤਾਂ ਇਹ ਭੂਮੀ ਸੁਧਾਰ ਤੋਂ ਸੰਬੰਧਿਤ ਹੈ। ਸਿੱਧਾ ਹੀ ਤੁਸੀਂ ਯਾਦ ਰੱਖਣਾ ਹੋਏਗਾ, 9ਵੀਂ ਅਨੁਸੂਚੀ ਜਿਹੜੀ ਹੈ ਭੂਮੀ ਸੁਧਾਰ ਤੋਂ ਸੰਬੰਧਿਤ ਹੈ, ਇਹ ਯਾਦ ਰੱਖਣਾ ਹੋਏਗਾ। 10ਵੀਂ ਦਲ ਬਦਲ, ਸਿੱਧਾ ਯਾਦ ਹੋ ਜਾਏਗਾ ਜੀ 10ਵੀਂ ਦਲ ਬਦਲ। ਜਿਵੇਂ 7ਵੀਂ ਸ਼ਕਤੀਆਂ ਦੀ ਵੰਡ, ਉਸੇ ਤਰੀਕੇ ਨਾਲ 10ਵੀਂ ਦਲ ਬਦਲ। ਤੇ 11ਵੀਂ ਤੇ 12ਵੀਂ ਬਿਲਕੁਲ ਸੌਖੀ ਹੈ ਜੀ, ਪੰਚਾਇਤਾਂ ਤੇ ਨਗਰ ਪਾਲਿਕਾ। ਠੀਕ ਹੈ, ਪਹਿਲਾਂ ਪੰਚਾਇਤਾਂ ਆਈ, ਇਸ ਕਰਕੇ 11 ਨੰਬਰ ਤੇ ਪੰਚਾਇਤ ਤੇ 12 ਨੰਬਰ ਤੇ ਨਗਰ ਪਾਲਿਕਾ। ਸੰਵਿਧਾਨ ਸ਼ੋਧ ਵੀ ਇਹਨਾਂ ਦੀ ਇਸੇ ਤਰੀਕੇ ਨਾਲ ਹੈ, 73 ਤੇ 74। ਠੀਕ ਹੈ, ਤੇ ਹੋਈ ਕਦੋਂ ਸੀ, 1993 ਵਿੱਚ। ਸੋ ਇਹ ਅਨੁਸੂਚੀਆਂ ਤੁਸੀਂ ਧਿਆਨ ਰੱਖਣੀਆਂ। ਇੱਕ ਵਾਰ ਫੇਰ ਤੋਂ ਆਪਾਂ ਰਿਪੀਟ ਕਰ ਲੈਂਦੇ ਹਾਂ। 1 ਨੰਬਰ ਤੇ ਸਟੇਟ ਤੇ ਯੂਟੀ ਦੀ ਆਪਾਂ ਗੱਲ ਕਰਾਂਗੇ। ਸਟੇਟ ਯੂਟੀ ਨੂੰ ਸਾਂਭਣ ਵਾਸਤੇ ਬੰਦੇ ਰੱਖਾਂਗੇ, ਵੇਤਨ ਦੇਵਾਂਗੇ। ਠੀਕ ਹੈ, ਤੇ ਵੇਤਨ ਦੇਣ ਤੋਂ ਬਾਅਦ ਬਾਈ ਸਹੁੰ ਚੁਕਾਵਾਂਗੇ ਤਾਂ ਕਿ ਬੰਦਾ ਇਮਾਨਦਾਰੀ ਨਾਲ ਕੰਮ ਕਰੇ।
ਠੀਕ ਹੈ, ਤੇ ਕੰਮ ਕਰਨ ਵਾਸਤੇ ਉਹਨੂੰ ਆਪਾਂ ਰਾਜ ਸਭਾ ਦੇ ਵਿੱਚ ਭੇਜ ਦਿਆਂਗੇ। ਓਕੇ, ਉਸ ਤੋਂ ਬਾਅਦ 5ਵੀਂ ਦੇ ਵਿੱਚ SC ST ਦੀ ਗੱਲਬਾਤ ਹੋਏਗੀ। 6ਵੇਂ ਦੇ ਵਿੱਚ ATM ਬਾਰੇ ਗੱਲਬਾਤ ਹੋਏਗੀ, ਅਸਮ, ਤ੍ਰਿਪੁਰਾ, ਮੇਘਾਲਿਆ ਤੇ ਮਿਜ਼ੋਰਮ। 7ਵੀਂ ਦੇ ਵਿੱਚ ਸ਼ਕਤੀਆਂ ਦੀ ਗੱਲ ਹੋਏਗੀ। 8ਵੀਂ ਦੇ ਵਿੱਚ ਭਾਸ਼ਾ ਦੀ ਗੱਲ ਹੋਏਗੀ। 9ਵੀਂ ਤੁਸੀਂ ਯਾਦ ਰੱਖਣੀ ਹੋਏਗੀ ਭੂਮੀ ਸੁਧਾਰ ਤੋਂ ਸੰਬੰਧਿਤ ਹੈ। 10ਵੀਂ ਹੋਗੀ ਜੀ ਤੁਹਾਡੀ ਦਲ ਬਦਲ ਤੋਂ ਸੰਬੰਧਿਤ। 11ਵੀਂ ਤੇ 12ਵੀਂ ਪੰਚਾਇਤਾਂ ਤੇ ਨਗਰਪਾਲਿਕਾ। ਠੀਕ ਹੈ, ਇਸ ਤਰੀਕੇ ਨਾਲ ਤੁਸੀਂ ਯਾਦ ਰੱਖਣੀ ਹੋਏਗੀ। ਸੋ ਇਹਨਾਂ ਦੇ ਥੋੜੇ ਜਿਹੇ ਈਅਰ ਬਾਰੇ ਵੀ ਗੱਲਬਾਤ ਕਰ ਲਓ। ਜਿਹੜੀ 9ਵੀਂ ਅਨੁਸੂਚੀ ਆਪਾਂ ਐਡ ਕਰੀ ਸੀ, 9th ਅਨੁਸੂਚੀ, ਠੀਕ ਹੈ, ਉਹ ਕਦੋਂ ਐਡ ਕਰੀ ਗਈ ਸੀ ਜੀ? ਪਹਿਲੀ ਸੰਵਿਧਾਨ ਸ਼ੋਧ ਦੇ ਰਾਹੀਂ ਐਡ ਹੋਈ ਸੀ। ਕਦੋਂ? 1951 ਦੇ ਵਿੱਚ। ਸੋ ਯਾਦ ਰੱਖਣਾ, ਕੋਈ ਜ਼ਿਆਦਾ ਟਿਪੀਕਲ ਹੈ ਨਹੀਂ। 9ਵੀਂ ਅਨੁਸੂਚੀ ਜਿਹੜੀ ਹੈ ਉਹ ਪਹਿਲੀ ਸੰਵਿਧਾਨ ਸ਼ੋਧ ਦੇ ਰਾਹੀਂ ਐਡ ਹੋਈ ਸੀ 1951 ਦੇ ਵਿੱਚ। ਦੇਖੋ ਇੱਥੇ ਵੀ 1 ਤੇ ਇੱਥੇ ਵੀ 1, ਇਸ ਤਰੀਕੇ ਨਾਲ ਤੁਸੀਂ ਯਾਦ ਕਰ ਸਕਦੇ ਹੋ। ਜਿਹੜੀ 9ਵੀਂ ਅਨੁਸੂਚੀ ਹੈ ਪਹਿਲੀ ਸੰਵਿਧਾਨ ਸ਼ੋਧ ਦੇ ਰਾਹੀਂ ਐਡ ਹੋਈ ਸੀ ਜੀ 1951 ਦੇ ਵਿੱਚ। ਕਲੀਅਰ ਹੋ ਗਿਆ? ਓਕੇ, ਹੁਣ 10ਵੀਂ ਅਨੁਸੂਚੀ ਦੀ ਗੱਲ ਕਰਦੇ ਹਾਂ ਤਾਂ ਇੱਥੇ ਵੀ ਬਿਲਕੁਲ ਸੌਖਾ ਜੀ। 10ਵੀਂ ਜਿਹੜੀ ਅਨੁਸੂਚੀ ਹੈ ਉਹ 52 ਸੰਵਿਧਾਨ ਸ਼ੋਧ ਦੇ ਰਾਹੀਂ ਐਡ ਕਰੀ ਗਈ ਸੀ। ਕਦੋਂ? 1985 ਦੇ ਵਿੱਚ। ਦੇਖੋ 5 ਤੇ 2 10 ਹੁੰਦੇ ਆ, ਤਾਂ ਆ ਵੀ 10 ਹੋ ਗਿਆ। ਠੀਕ ਹੈ, ਹੋਰ ਚਾਰਾਂ ਵਿੱਚੋਂ ਕਿਸੇ ਵੀ ਅਨੁਸੂਚੀ ਦਾ ਸ਼ੋਧ ਜਿਹੜਾ ਹੈ ਉਸ ਦਾ ਮਲਟੀਪਲਾਈ 10 ਨਹੀਂ ਬਣਾਏਗਾ। ਸੋ ਇੱਥੇ 10 ਦੇਖਦੇ ਹੀ ਦਿਮਾਗ ਦੇ ਵਿੱਚ ਆ ਜਾਏਗਾ 5 ਦੂਣੇ 10, ਤੇ ਇੱਥੇ ਵੀ ਤੁਹਾਨੂੰ 5 ਦੇਖਣ ਨੂੰ ਮਿਲ ਜਾਏਗਾ। ਸੋ 1985 ਇਸ ਤਰੀਕੇ ਨਾਲ ਰਿਲੇਟ ਕਰ ਦੇਖ ਕੇ ਹੀ ਆਈਡੀਆ ਲਾ ਲਓਗੇ ਕਿ 10ਵੀਂ ਮਤਲਬ 5 ਦੂਣੇ 10, 52 ਸੰਵਿਧਾਨ ਸ਼ੋਧ, ਤੇ ਐਂਡ ਦੇ ਵਿੱਚ ਵੀ 5 ਆਏਗਾ। ਠੀਕ ਹੈ, ਤਾਂ ਇਸ ਤਰੀਕੇ ਨਾਲ ਤੁਸੀਂ ਰਿਲੇਟ ਕਰਕੇ ਯਾਦ ਕਰ ਲਓਗੇ। ਨੈਕਸਟ ਇਹ ਜਿਹੜੀ ਕੰਬੀਨੇਸ਼ਨ ਦੇ ਵਿੱਚ ਚੱਲੇਗੀ 11ਵੀਂ ਤੇ 12ਵੀਂ। ਠੀਕ ਹੈ, ਇਹ 73ਵਾਂ ਸੰਵਿਧਾਨ ਸ਼ੋਧ, ਇਹ 74ਵਾਂ ਸੰਵਿਧਾਨ ਸ਼ੋਧ। ਈਅਰ ਇਹਨਾਂ ਦਾ ਇੱਕੋ ਹੀ ਹੋਏਗਾ ਜੀ 1993। ਸੋ ਇੱਥੇ ਕੋਈ ਟੈਨਸ਼ਨ ਦੀ ਗੱਲ ਹੀ ਨਹੀਂ, ਆਰਾਮ ਨਾਲ ਤੁਸੀਂ ਦੇਖ ਸਕਦੇ ਹੋ। ਤਾਂ ਇਹ ਸੀ ਜੀ ਅਨੁਸੂਚੀਆਂ। 2-3 ਵਾਰ ਤੁਸੀਂ ਵੀਡੀਓ ਦੇਖਿਓ, ਆਰਾਮ ਨਾਲ ਸਾਰੀ ਅਨੁਸੂਚੀਆਂ ਤੁਹਾਨੂੰ ਯਾਦ ਹੋ ਜਾਏਗੀ। ਤੇ 101% ਪੁਲਿਸ ਪੇਪਰ ਹੋਏ, ਜੇਲ੍ਹ ਵਾਰਡਨ ਹੋਏ, ਫੋਰੈਸਟ ਗਾਰਡ ਹੋਏ, ਭਾਵੇਂ PSSB ਦਾ ਕੋਈ ਅਦਰ ਐਗਜ਼ਾਮ ਹੋਏ, ਅਨੁਸੂਚੀਆਂ ਤੋਂ ਰਿਲੇਟਡ ਕੁਐਸਚਨ ਪੁੱਛਿਆ ਜਾਵੇਗਾ। ਠੀਕ ਹੈ, ਤਾਂ ਇਹਨਾਂ ਨੂੰ ਰਿਪੀਟ ਮਾਰ ਲਿਓ। ਕੋਈ ਗੱਲ ਨਾ ਸਮਝ ਆਏ ਕਮੈਂਟ ਕਰਕੇ ਪੁੱਛ ਲਿਓ। ਤੇ ਬਾਕੀ ਆਪਾਂ ਮਿਲਦੇ ਹਾਂ ਫਿਰ ਨੈਕਸਟ ਵੀਡੀਓ ਵਿੱਚ। ਉਦੋਂ ਤੱਕ ਦੇ ਲਈ ਰੱਬ ਰੱਖਾ।